ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੁਕਮ ਸਤ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸਿੱਕਾ ਜਦ ਬਰ ਹਰਦੋ ਆਲਮ ਫਜਲ ਸੱਚੇ ਸਾਹਿਬ ਸਤ। ਗੋਬਿੰਦ ਸਿੰਘ ਖੁਦ ਸ਼ਹਿਨਸ਼ਾਹ ਤੇਗ ਨਾਨਕ ਵਾਹੇ ਵਸਤ। ਦੇਗ ਤੇਗ ਫਤਿਹ ਨੁਸਰਤ ਵੇਦ ਰੰਗ। ਯਾਫਤ ਨਾਨਕ ਗੁਰੂ ਗੋਬਿੰਦ ਸਿੰਘ। ਸ਼੍ਰੀ ਅਕਾਲ ਪੁਰਖ ਜੀ ਸਹਾਏ। ਕਮਾਲੇ ਕਰਾਮਾਤ ਕਾਇਮ ਕਰੀਮ। ਰਜਾ ਬਖਸ਼ ਰੋਜੀ ਰਜਾ ਬਖਸ਼ੋ ਰਾਜਗ। ਰਿਹਾ ਕੋ ਰਹੀਮ। ਅਮਾ ਬਖਸ਼ ਬਖਸ਼ਿੰਦਾ ਓ ਦਸਤਗੀਰ। ਰਜਾ ਬਖਸ਼ ਰੋਜੀ ਦੇਹੋ ਦਿਲ ਪਜੀਰ। ਸ਼ਹਿਨਸ਼ਾਹੇ ਖੂਬੀ ਦੇਹੋ ਰਹਿਨਮੂ। ਕੇ ਬੇਗੂਨ ਬੇਚੂਨ ਚੂੰ ਬੇਨਮੂ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਖੁਦਾਵੰਦ ਬਖਸ਼ਿੰਦਾ ਹੈ ਓ ਐਸ ਅਰਸ਼। ਜਹਾਂ ਪਾਕ ਜਬਰਸਤ ਜ਼ਾਹਰ ਜ਼ਹੂਰ। ਅਤਾ ਮੇਂ ਦੇ ਹੱਦ ਹਮ ਚੋ ਹਾਜ਼ਰ ਹਜੂਰ। ਵਿਦਹ ਸਾਕੀਆ ਸਾਗਰੇ ਨੈਨ ਪਾਨ। ਕੋ ਨਦ ਪੀਰ ਸਦ ਸਾਲ ਹੈ ਨੌਜਵਾਨ। ਵਿਦਹ ਸਾਕੀਆ ਸਾਗਰੇ ਸਬਜ ਰੰਗ। ਕਿ ਮਾਰਾ ਬਕਾਰਸਤ ਦਰ ਵਖਤ ਜੰਗ। ਵਿਦਹ ਸਾਕੀਆ ਸਾਗਰੇ ਸਬਜ ਗੂੰ। ਕਿ ਮਾਰਾ ਬਕਾਰਸਤ ਜੰਗ ਅੰਦਰੂ। ਲਵਾ ਲਵ ਬੇਗੁਨ ਦਮ ਬਾਦਮ ਨੋਸ਼ ਕੁਨ। ਗਮ ਹਰ ਦੋ ਆਲਮ ਫਰਾਮੋਸ਼ ਗੁਨ। ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹੋ ਤੁਹਾਰੋ ਦਵਾਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੂਕ ਉਚਰੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗਰੀਬ ਨਵਾਜ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਕੋਟ ਬ੍ਰਹਮੰਡਾਂ ਦੀ ਪਾਤਸ਼ਾਹੀ ਗੁਰਦਾ ਗੱਦੀ ਤੇ ਵਿਰਾਜਮਾਨ ਜੁਗੋ ਜੁਗ ਅਟਲ ਸਤਿਗੁਰਾਂ ਦੇ ਸਾਜੇ ਨਵਾਜੇ ਗੁਰੂ ਖਾਲਸਾ ਗੁਰਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ।
ਜੋ ਸ਼੍ਰੀ ਚਮਕੌਰ ਸਾਹਿਬ, ਇਹਨਾਂ ਕਲਗੀਧਰ ਸਿੰਘ ਸਾਹਿਬ ਸਤਿਗੁਰਾਂ ਜੀ ਦੇ ਮੁਬਾਰਕ ਪਾਵਨ ਅਸਥਾਨਾਂ ਤੇ ਜਿਨ੍ਹਾਂ ਬਾਬਤ ਵਿਦਵਾਨਾਂ ਨੇ ਵਡਿਆਈ ਕਰਦਿਆਂ ਇਹ ਸ਼ਬਦ ਉਚਾਰਨ ਕੀਤੇ ਆ। ਕਹਿੰਦੇ ਗਰ ਹਿੰਦ में एक तीर्थ है यात्रा के लिए, कटाए बाप ने बेटे जहां खुदा के लिए। ਸ਼ਹੀਦਾਂ ਸਿੰਘਾਂ ਦੀਆਂ ਉਹ ਮਹਾਨ ਸ਼ਹਾਦਤਾਂ ਨੂੰ ਨਮਨ ਕਰਦਿਆਂ ਕਿ ਉੱਥੇ ਹੀ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰੋਂ ਮੈਂ। ਉਹ ਕਹਿੰਦੇ ਅਸਮਾਨ 'ਚ ਤਾਰੇ ਇੱਥੋਂ ਹੀ ਬਣ ਕੇ ਗਏ ਨੇ। ਇਉਂ ਵਡਿਆਈ ਕਰਦੇ ਆ ਚਮਕੌਰ ਸਾਹਿਬ ਦੀ। ਐਸੇ ਪਾਵਨ ਮੁਕਾਮ ਸ਼ਹੀਦਾਂ ਸਿੰਘਾਂ ਦੀ ਰਾਜਧਾਨੀ ਪਾਵਨ ਅਸਥਾਨਾਂ ਤੇ ਦੁਸ਼ਹਿਰੇ ਦਾ ਜੋੜ ਮੇਲ ਜੋ ਸ਼ਸਤਰ ਪੂਜਾ ਦਿਵਸ ਵਜੋਂ ਮਨਾਇਆ ਜਾਂਦਾ। ਸਾਧ ਸੰਗਤ ਜੀਓ, ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਭ ਸੰਸਾਰ ਦੀ ਰਚਨਾ ਕੀਤੀ ਹੈ ਤੇ ਜਿਸ ਨੂੰ ਅੱਗੇ ਸੰਸਾਰੀਆਂ ਨੇ 9 ਹਿੱਸਿਆਂ ਵਿੱਚ ਵੰਡ ਦਿੱਤਾ, ਜਿਸ ਵਿੱਚ ਇੱਕ ਹਿੱਸਾ ਭਰਤ ਰਾਜੇ ਦਾ ਸਥਾਪਨ ਕੀਤਾ। ਉਹ ਖੰਡ ਦਾ ਨਾਮ ਹੀ ਭਾਰਤ ਖੰਡ ਹੈ ਜਿਹੜੇ ਮੁਲਕ 'ਚ ਆਪਾਂ ਬੈਠੇ ਨੇ। ਇਹ ਪ੍ਰਿਥਵੀ ਦੇ 9 ਖੰਡਾਂ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਏ। ਜਿਹੜਾ ਜ਼ਿਕਰ ਕਰਿਆ ਨਾ ਸਾਹਿਬ ਜੀ ਨੇ 9 ਖੰਡਾਂ 'ਚੋਂ ਆ ਸਾਡਾ ਜਿਹੜਾ ਭਾਰਤ ਵਰਸ਼ ਹੈ, ਇਹ ਉਸ ਭਰਤ ਰਾਜੇ ਦਾ ਜਿਹੜਾ ਸਥਾਪਨ ਕੀਤਾ ਹੋਇਆ ਖੰਡ ਹੈ। ਭਾਰਤ ਵਰਸ਼ ਦੇ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਹੈ, ਜਿੱਥੇ ਇਹ ਅਨੇਕਾਂ ਧਰਮਾਂ ਦੀ ਰਾਜਧਾਨੀ ਕਿਹਾ ਜਾਂਦਾ ਹੈ। ਉੱਥੇ ਹੀ ਇਹ ਭਾਰਤ ਦੇਸ਼ ਅੰਦਰ ਬੜੇ ਬੜੇ ਰਿਸ਼ੀਆਂ ਮੁਨੀਆਂ ਮਹਾਤਮਾ ਅਵਤਾਰਾਂ ਪੈਗੰਬਰਾਂ ਦਾ ਜਿਹੜਾ ਉਹ ਜਨਮ ਤੇ ਕਰਮ ਭੂਮੀ ਵਜੋਂ ਇਹ ਭਾਰਤ ਖੰਡ ਨੂੰ ਜਾਣਿਆ ਜਾਂਦਾ। ਸਾਰੇ ਵਿਸ਼ਵ ਦੇ ਅੰਦਰ ਦੇਵ ਭੂਮੀ ਵੀ ਕਿਹਾ ਜਾਂਦਾ ਹੈ। ਤੇ ਇਹ ਧਰਤੀ ਉੱਪਰ ਜਿਹੜੇ ਉਹਨਾਂ ਯੁੱਗ ਪੁਰਸ਼ਾਂ ਅਵਤਾਰਾਂ ਰਿਸ਼ੀਆਂ ਪੈਗੰਬਰਾਂ ਵੱਲੋਂ ਕਾਰਜ ਕੀਤੇ ਗਏ ਸੰਸਾਰ ਦੀ ਭਲਾਈ ਦੇ ਪਰਉਪਕਾਰ ਦੇ, ਉਹ ਭਾਈ ਸੰਸਾਰ ਵਾਲੇ ਅਨੇਕਾਂ ਤਿਉਹਾਰਾਂ ਦੇ ਰੂਪ 'ਚ ਆਪੋ ਆਪਣੇ ਢੰਗ ਨਾਲ ਉਹਨਾਂ ਦਿਨਾਂ ਨੂੰ ਮਨਾਉਂਦੇ ਨੇ। ਜਿੱਥੇ ਲੋਹੜੀ, ਹੋਲੀ, ਵਿਸਾਖੀ, ਦੀਵਾਲੀ, ਈਦ ਤੇ ਹੋਰ ਕਿਤਨੇ ਕੁ ਤਿਉਹਾਰ ਆਪਣੇ ਆਪਣੇ ਰਹੁ ਰੀਤ ਨਾਲ ਸਾਰੇ ਧਰਮ ਮਨਾਉਂਦੇ ਆ। ਉੱਥੇ ਹੀ ਦੁਸ਼ਹਿਰੇ ਦੇ ਪੁਰਬ ਦੀ ਵੀ ਇਹ ਜਿਹੜੀ ਖਾਸ ਮਹੱਤਤਾ ਹੈ। ਸਨਾਤਨ ਮਤ ਮੁਤਾਬਕ ਇਸ ਦਿਨ ਕਹਿੰਦੇ ਤ੍ਰੇਤੇ ਦੇ ਅਵਤਾਰ ਮਰਜ਼ਾਦਾ ਪੁਰਸ਼ੋਤਮ ਸ੍ਰੀ ਰਾਮਚੰਦਰ ਜੀ ਉਹ ਰਾਵਣ ਦਾ ਵੱਧ ਕਰਕੇ ਤੇ ਇਸੇ ਤਰ੍ਹਾਂ ਅਨੇਕਾਂ ਰਾਖਸ਼ਾਂ ਦਾ ਸੰਘਾਰ ਕਰਕੇ ਵਾਪਸ ਅਯੁੱਧਿਆ ਪਰਤੇ। ਸ੍ਰੀ ਰਾਮਚੰਦਰ ਜੀ ਨੇ ਉਸ ਵੇਲੇ ਸੰਤਾਂ ਤੇ ਦੇਵ ਦੋਖੀਆਂ ਅਹੰਕਾਰੀਆਂ ਰਾਵਣ ਆਦਿਕ ਜਿਹੜਾ ਉਹਦੀ ਸਾਰਾ ਕੁੱਲ ਕਲੰਤਰ ਸੀ, ਜਿੱਥੇ ਉਹਨਾਂ ਦਾ ਧਰਮ ਯੁੱਧ 'ਚ ਖਾਤਮਾ ਕੀਤਾ। ਤੇ ਉੱਥੇ ਇਹ ਇਤਿਹਾਸ ਜਿਹੜਾ ਹਿੰਦੂ ਮਤ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ। ਇਉਂ ਹੀ ਭਾਈ ਵਦੀ ਉੱਪਰ ਨੇਕੀ ਦੀ ਜਿੱਤ ਸੰਸਾਰ ਵਿੱਚ ਸਦਾ ਹੋਈ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸ਼ਮੇਸ਼ ਪਿਤਾ ਜੀ ਨੇ ਇਹ ਦੁਸ਼ਹਿਰੇ ਦੇ ਜੋੜ ਮੇਲ ਨੂੰ ਸ਼ਸਤਰ ਪੂਜਾ ਦੇ ਰੂਪ 'ਚ ਬਦਲ ਕੇ ਜਿਹੜਾ ਖਾਲਸੇ ਪੰਥ ਵਿੱਚ ਇੱਕ ਚੜ੍ਹਦੀ ਕਲਾ ਦੀ ਜਿਹੜੀ ਮਰਜ਼ਾਦਾ ਉਹ ਕਾਇਮ ਕੀਤੀ ਹੈ। ਜਿੱਥੇ ਭਾਈ ਇਹ 9 ਰਾਤਾਂ ਨੂੰ ਰਮਾਇਣ ਆਦਿਕ ਦੇ ਨਾਟਕ ਜਾਂ ਰਾਮਲੀਲਾ ਆਦਿਕ ਹੋਰ ਧਰਮਾਂ 'ਚ ਕੀਤੀ ਜਾਂਦੀ ਹੈ, ਤੇ ਇੱਥੇ ਗੁਰੂ ਪੰਥ ਦੇ ਵਿੱਚ ਜਿਹੜਾ ਦੁਸ਼ਹਿਰਾ ਮਹਾਤਮ ਨਾਮ ਦੀ ਬਾਣੀ ਹੈ, ਵੱਖ-ਵੱਖ ਧਰਮ ਯੁੱਧ ਦੀਆਂ, ਸ਼ਸਤਰ ਪੂਜਾ ਦੀਆਂ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਦੀ ਵਡਿਆਈ ਦੇ ਜਿਹੜੇ ਸ਼ਬਦ ਨੇ, ਉਹਨਾਂ ਨੂੰ ਇਕੱਤਰ ਕਰਕੇ ਜਿਹੜੀ ਦੁਸ਼ਹਿਰਾ ਮਹਾਤਮ ਦੀ ਪੋਥੀ ਹੈ
ਉਹਦਾ ਇਹਨਾਂ 9 ਦਿਨਾਂ ਤੇ ਜਾਪ ਕਰਕੇ ਦੁਸ਼ਹਿਰੇ ਤੇ ਭੋਗ ਪਾਇਆ ਜਾਂਦਾ। ਤੇ ਐਸਾ ਜਿੱਥੇ ਸਾਰੇ ਸੰਸਾਰ ਅੰਦਰ ਹੀ ਜਿਹੜਾ ਗੁਰੂ ਕਾ ਖਾਲਸਾ ਉਹ ਪਾਤਸ਼ਾਹ ਦੀਆਂ ਬਖਸ਼ੀਆਂ ਰਹੁ ਰੀਤਾਂ ਨੂੰ ਭਾਈ ਇਹ ਵੀਰ ਰਸੀ ਬਾਣੀ ਯੁੱਧਮਈ ਬਾਣੀ ਨਿਰੰਕਾਰ ਦੀ ਉਸਤਤ ਇਹਨੂੰ ਪੜ੍ਹਨ ਸੁਣਨ ਦੀ ਮਰਜ਼ਾਦਾ ਕਾਇਮ ਕੀਤੀ, ਤਾਂ ਕਿ ਗੁਰੂ ਪੰਥ ਦੇ ਵਿੱਚ ਇਹ ਵੀਰ ਰਸ ਦਾ ਧਰਮ ਦੀ ਰਹੁ ਰੀਤ ਕੇਸਾਂ ਸਵਾਸਾਂ ਨਾਲ ਨਿਭਾਉਣ ਦਾ ਤੇ ਧਰਮ ਯੁੱਧ ਦਾ ਜਿਹੜਾ ਚਾਅ ਹੈ ਉਹ ਹਮੇਸ਼ਾ ਕਾਇਮ ਰਵੇ, ਯਾਦ ਰਵੇ। ਸੰਸਾਰ 'ਚ ਜਿਹਨੇ ਬਦੀ ਕਰੀ ਉਹਦਾ ਆ ਹਸ਼ਰ ਹੋਇਆ, ਜਿਹਨੇ ਨੇਕੀ ਕਰੀ ਉਹ ਮਰ ਕੇ ਵੀ ਅਮਰ ਹੋ ਗਏ। ਤੇ ਇਹ ਤੋਂ ਵੱਡੀ ਮਿਸਾਲ ਚਮਕੌਰ ਸਾਹਿਬ ਤੋਂ ਸੰਸਾਰ ਦੇ ਵਿੱਚ ਕੋਈ ਹੋਰ ਨਹੀਂ ਹੋ ਸਕਦੀ। ਕਲਗੀਧਰ ਸਿੰਘ ਸਾਹਿਬ ਨੇ ਆਪ ਆਪਣੀ ਪਾਵਨ ਬਾਣੀ ਦੇ ਵਿੱਚ ਜਿਹੜਾ ਜ਼ਿਕਰ ਕੀਤਾ, ਤਾਂ ਆਓ ਭਾਈ ਜੇ ਪੁਰਾਤਨ ਇਤਿਹਾਸ ਵੇਖੀਏ ਤੇ ਤ੍ਰੇਤੇ ਯੁੱਗ ਤੋਂ ਲੈ ਕੇ ਹੀ ਜਿਹੜੇ ਛਤਰੀ ਨੇ ਨਾ, ਛਤਰੀ ਧਰਮ ਨਾਲ ਸੰਬੰਧਿਤ ਹੈ, ਉਹ ਸ਼ਸਤਰ ਪੂਜਾ ਵਜੋਂ ਦੁਸ਼ਹਿਰੇ ਨੂੰ ਮਨਾਉਂਦੇ। ਤੇ ਸਮੇਂ ਦੇ ਬਦਲਾਅ ਅਨੁਸਾਰ ਜਿਹੜਾ ਇਹਦਾ ਪ੍ਰਚਲਨ ਵੀ ਘਟ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੁਬਾਰਾ ਫਿਰ ਉਹ ਰਹੁ ਰੀਤਾਂ ਜਿਹੜੀਆਂ ਸਨਾਤਨ ਪੁਰਾਤਨ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਪ੍ਰਤਿਸ਼ਠਾ 'ਚ ਛਤਰੀਆਂ ਦੇ ਧਰਮ 'ਚ ਕੀਤੀਆਂ ਜਾਂਦੀਆਂ ਨੇ, ਉਹ ਪਾਤਸ਼ਾਹ ਨੇ ਫਿਰ ਕਾਇਮ ਕੀਤੀਆਂ। ਤੇ ਇਹ ਸ਼ਸਤਰ ਤੇ ਭਗਤੀ ਸ਼ਕਤੀ ਜਿਹੜੀ ਖਾਲਸੇ ਦੇ ਜੀਵਨ ਦਾ ਅਹਿਮ ਹਿੱਸਾ ਹੈ। ਸਤਿਗੁਰੂ ਜੀ ਨੇ ਗੁਰਬਾਣੀ 'ਚ ਵਡਿਆਈ ਕਰਦਿਆਂ ਜਿੱਥੇ ਸ਼ਸਤਰਾਂ ਦੇ ਨਾਮ ਦੀ ਮਾਲਾ ਬਣਾਈ, ਉੱਥੇ ਸ਼ਬਦ ਆਇਆ ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਅਰਤੀ ਸਹਿਬ ਸਰੋਹੀ ਸਹਿਥੀ ਯਹ ਹਮਾਰਾ ਪੀਰ। ਸ਼ਸਤਰ ਦੀ ਜਿਹੜੀ ਹੋਂਦ ਹੈ ਉਹ ਬ੍ਰਹਿਮੰਡ ਦੇ ਵਿੱਚ ਸਭ ਤੋਂ ਪਹਿਲਾਂ ਮੰਨੀ ਜਾਂਦੀ ਹੈ। ਕਹਿੰਦੇ ਨਿਰੰਕਾਰ ਨੇ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਸੰਘਾਰ ਸ਼ਕਤੀ ਜਿਹੜੀ ਉਹ ਪ੍ਰਗਟ ਕੀਤੀ ਹੈ, ਜਿਸ ਦਾ ਵਰਣਨ ਕਲਗੀਧਰ ਸਾਹਿਬ ਜੀ ਆਪ ਵਰਣਨ ਕਰਦੇ ਆ। ਚੰਡੀ ਦੀ ਵਾਰ ਅੰਦਰ ਸਭ ਭਲੀ ਭਾਂਤ ਜਾਣੂ ਹੋ ਜਿਹੜੀ ਅਰਦਾਸ ਕਰਦੇ ਆ, ਕਹਿੰਦੇ ਭਗਉਤੀ ਨੂੰ ਪ੍ਰਥਮ ਆਰਾਧਿਆ ਹੈ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਖੰਡਾ ਪ੍ਰਥਮੈ ਸਾਜ ਕੈ ਜਨ ਸਭ ਸਹਿ ਸਾਰੋ ਪਾਇਆ। ਦੋ ਹੀ ਸ਼ਕਤੀਆਂ ਦਾ ਜ਼ਿਕਰ ਆਉਂਦਾ। ਪ੍ਰਥਮ ਸ਼ਕਤੀ ਏਕਾ ਮਾਈ ਕੁਦਰਤ ਭਗਉਤੀ, ਤੇ ਉਹਦਾ ਜਿਹੜਾ ਸਾਕਾਰ ਰੂਪ ਦੇਣ ਵਾਲਾ ਕਰਤੇ ਪੁਰਖ ਦਾ ਸਰਗੁਣ ਬ੍ਰਹਮ ਸਰੂਪ ਅਕਾਲ ਪੁਰਖ ਦੀ ਮਹਾ ਸ਼ਕਤੀ ਜਿਹੜਾ ਖੰਡਾ। ਤੇ ਇਹੋ ਹੀ ਮਾਨੋ ਸੰਸਾਰ ਦੇ ਉਹ ਇੱਕ ਬ੍ਰਹਮ ਅਕਾਲ ਪੁਰਖ ਤੇ ਏਕਾ ਮਾਈ ਦੇ ਪ੍ਰਤੀਕ ਹਨ। ਦੋਵਾਂ ਨੇ ਅੱਗੇ ਮੇਲ ਕਰਕੇ ਆ ਖਾਲਸੇ ਦੀ ਰਚਨਾ ਕੀਤੀ। ਕਹਿੰਦੇ ਮਨਾਏ ਭਗਵਤੀ ਅਰ ਭਗਵੰਤੇ ਸਰਬਲੋ ਮਹਾਰਾਜ। ਇਉਂ ਭਾਈ ਸ੍ਰਿਸ਼ਟੀ ਦੇ ਆਰੰਭ ਤੋਂ ਹੀ ਮਹਾਰਾਜ ਨੇ ਸ਼ਸਤਰ ਦੀ ਹੋਂਦ ਮੰਨੀ ਹੈ। ਗੁਰਬਾਣੀ 'ਚ ਪਰਮੇਸ਼ਰ ਦੇ ਨਾਮ ਵੀ ਸ਼ਸਤਰ ਧਾਰੀ ਕਰਕੇ ਲਏ ਗਏ ਨੇ। ਜੇ ਪਰਮੇਸ਼ਰ ਕੋਲ ਸ਼ਸਤਰ ਹੈ ਨਾ, ਤਾਂ ਹੀ ਉਹਨਾਂ ਨੂੰ ਉਹ ਜਿਹੜਾ ਟੈਗ ਜਾਂ ਉਹ ਪਛਾਣ ਦਿੱਤੀ ਗਈ। ਗੁਰਬਾਣੀ 'ਚ ਆਇਆ ਖੜਗ ਕੇਤ ਮੈਂ ਸਰਨ ਤਿਹਾਰੀ, ਭਾਵ ਜਿਹਦੇ ਹੱਥ ਵਿੱਚ ਖੜਗ ਬੜਾ ਜੰਗੀ ਤੇਗਾ ਜਿਹੜਾ ਉਹ ਸੁਭਾਏਮਾਨ ਹੈ। ਸ੍ਰੀ ਅਸਕੇਤ ਜਗਤ ਕੇ ਈਸਾ। ਅਸਕੇਤ ਦਾ ਭਾਵ ਵੀ ਇਹੋ ਹੀ ਹੈ, ਜਿਸ ਕੋਲ ਭਗਉਤੀ ਦਾ ਨਿਸ਼ਾਨ ਹੈ ਹੱਥ ਵਿੱਚ, ਤਾਂ ਪ੍ਰਥਮ ਭਗਉਤੀ ਗਿਆ। ਫਿਰ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨੇ। ਅਸਪਾਨ ਪਾਨ ਤੇ ਫਿਰ ਪ੍ਰਗਟ ਰੂਪ ਜੀ ਹੱਥ ਨੂੰ ਕਹਿੰਦੇ ਆ। ਅਸ ਜਿਹਨੇ ਪਾਨ ਹੱਥ ਦੇ ਵਿੱਚ ਕਿਰਪਾਨ ਫੜੀ ਹੋਈ ਹੈ, ਉਹ ਹੈ ਚਤੁਰਦਸ ਕੰਤਾ, ਆ 14 ਲੋਕਾਂ ਕੀ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ। ਖਾਲਸਾ ਉਹਦੀ ਫੌਜ ਹੈ। ਕਲਗੀਧਰ ਜੀ ਤੋਂ ਪ੍ਰਸ਼ਨ ਕੀਤਾ, ਕਹਿੰਦੇ ਜੀ ਖਾਲਸਾ ਕੌਣ ਹੈ ਜਿਹਦਾ ਤੁਸੀਂ ਇੰਨਾ ਜ਼ਿਕਰ ਕਰਿਆ? ਪਾਤਸ਼ਾਹ ਕਹਿੰਦੇ ਲਿਖ ਦਿੰਨੇ। ਸਰਬਲੋ ਮਹਾਰਾਜ ਲਿਖ ਦਿੱਤਾ, ਖਾਲਸਾ ਪ੍ਰਕਾਸ਼ ਸਵਈਏ। ਤੇ ਉਹਦੇ 'ਚ ਦਰਜ ਕੀ ਕਰਿਆ? ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋਂ ਕਰੋ ਨਿਵਾਸ। ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ। ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੂੰਦੇਰੋ। ਖਾਲਸਾ ਮੇਰੋ ਬਾਲ ਸਖਾਈ,
ਖਾਲਸਾ ਮਾਤ ਪਿਤਾ ਸੁਖਦਾਈ। ਤੇ ਅਖੀਰ ਤੇ ਜਾ ਕੇ ਕਹਿੰਦੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਪਰਮਾਤਮ ਕੋ ਮੌਜ। ਕਹਿੰਦੇ ਕੋਈ ਇਹ ਵੀ ਨਾ ਕਵੇ ਕਲਗੀਧਰ ਜੀ ਨੇ ਪ੍ਰਗਟ ਕੀਤਾ, ਕਹਿੰਦੇ ਪ੍ਰਮਾਤਮਾ ਅਕਾਲ ਪੁਰਖ ਦੀ ਮੌਜ ਵਿੱਚ ਪ੍ਰਗਟ ਹੋਇਆ। ਤੇ ਦਿਲਵਰ ਜੀ ਨੇ ਗਾਇਆ, ਕਹਿੰਦੇ ਤੇਗ ਵਿੱਚੋਂ ਪੈਦਾ ਹੋਇਆ, ਗਾਤਰੇ 'ਚ ਤੇਗ ਰੱਖੇ। ਇਉਂ ਭਗਉਤੀ ਤੇ ਖੰਡੇ ਦੇ ਸਮੇਲ ਚੋਂ ਹੀ ਇਹ ਖਾਲਸਾ ਸਾਜਿਆ ਹੈ ਬਾਦਸ਼ਾਹ ਨੇ। ਤੇ ਤਾਂ ਹੀ ਸ਼ਸਤਰਾਂ ਤੇ ਆਧਾਰਿਤ ਰਹਿੰਦਾ, ਸ਼ਸਤਰਾਂ ਨੂੰ ਕਕਾਰਾਂ ਦੇ ਰੂਪ 'ਚ ਪਹਿਨ ਕੇ ਰੱਖਦਾ ਤੇ ਇਹਨਾਂ ਦੀ ਪੂਜਾ ਕਰਦਾ। ਕਿਉਂ? ਜਿਹਦੀ ਫੌਜ ਹੈ ਉਹਦੇ ਆਪਣੇ ਹੱਥ ਵਿੱਚ ਤਲਵਾਰ ਫੜੀ ਹੋਈ, ਖੜਗ ਕੇਤ ਅਸਬਾਨ ਅਸ ਕੇਤ। ਤੇ ਉਹਦੀ ਵਡਿਆਈ ਕਰਦਿਆਂ ਕੀ ਕਿਹਾ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਕਹਿੰਦੇ ਜਦੋਂ ਕੋਈ ਚਾਰ ਕਕਾਰ ਪਹਿਨ ਕੇ ਪੰਜਾਂ ਪਿਆਰਿਆਂ ਦੇ ਹਜ਼ੂਰ ਅੰਮ੍ਰਿਤ ਦੀ ਦਾਤ ਲੈ ਕੇ ਸ੍ਰੀ ਸਾਹਿਬ ਕਿਰਪਾਨ ਪਹਿਨ ਲਏ ਨਾ, ਪੰਜੇ ਕਕਾਰਾਂ ਦੇ ਸਹਿਤ ਹੋ ਕੇ, ਸਾਹਿਬ ਕਹਿੰਦੇ ਕਰੋੜ ਪਾਪ ਟਾਰੀਆਂ, ਕਰੋੜਾਂ ਉਹਦੇ ਜਨਮਾਂ ਦੇ, ਕਰੋੜਾਂ ਜਿਹੜੇ ਉਹਦੇ ਪਾਪ ਨੇ, ਟਾਰੀਆਂ ਕਹੀਏ ਕੱਟ ਦਿੰਦੀ ਹੈ, ਟਾਲ ਦਿੰਦੀ ਹੈ। ਇਹ ਕਿਰਪਾਨ ਦੀ ਇਤਨੀ ਵੱਡੀ ਸ਼ਕਤੀ ਹੈ ਕਿਉਂਕਿ ਅਕਾਲ ਪੁਰਖ ਦੇ ਗਾਤਰੇ ਹੈ। ਪ੍ਰਗਟ ਰੂਪ 'ਚ ਕਲਗੀਧਰ ਜੀ ਨੇ ਵਡਿਆਈ ਕਰਦਿਆਂ ਸ਼੍ਰੀ ਉਗਰਦੰਤੀ ਬਾਣੀ 'ਚ ਕਿਹਾ ਹੈ, ਨਹੀਂ ਤੁਮ ਬਿਨਾ ਕੋਈ ਦੂਸਰ ਹਜੂਰੇ, ਤੁਹੀ ਲਖਣੀ ਹੋਏ ਰਹੀ ਜਗਤ ਪੂਰੇ, ਤੁਹੀ ਤੋਪ ਬੰਦੂਕ ਗੋਲਾ ਚਲੰਤੀ, ਤੁਹੀ ਕੋਟ ਗੜ ਕੋ ਧਮਕ ਸਿਉ ਉਡੰਤੀ। ਮਹਾਰਾਜ ਕਹਿੰਦੇ ਹੇ ਆਦਿ ਸ਼ਕਤੀ ਭਗਉਤੀ ਕਿਰਪਾਨ ਤੂੰ ਹੀ ਹੈ, ਤੇਰੇ ਤੋਂ ਬਿਨਾ ਅਕਾਲ ਪੁਰਖ ਦੀ ਹਜ਼ੂਰੀ 'ਚ ਕੋਈ ਦੂਜੀ ਤਾਕਤ ਨਹੀਂ ਹੈ। ਤੂੰ ਹੀ ਕੁਦਰਤ ਹੈ, ਤੂੰ ਹੀ ਏਕਾ ਮਾਈ ਹੈ, ਤੂੰ ਹੀ ਪ੍ਰਥਮ ਭਗਉਤੀ ਹੈ। ਤੇ ਇੱਥੇ ਜਿੰਨੇ ਬੈਠੇ ਆ ਸਾਰਿਆਂ ਨੂੰ ਭਗਉਤੀ ਨੇ ਜਨਮ ਦਿੱਤਾ। ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ, ਉਹ ਵੱਖਰੀ ਗੱਲ ਹੈ। ਪਰ ਨਜ਼ਰ ਮਾਰ ਲਓ ਆਪਣੀ ਆ ਦੁਨੀਆ ਦੀ ਪਰਾਰੰਭਤਾ ਤੇ, ਸਾਰੇ ਪ੍ਰਥਮ ਭਗਉਤੀ 'ਚੋਂ ਹੀ ਪੈਦਾ ਹੋਏ। ਇਸ ਕਰਕੇ ਸਾਹਿਬ ਜੀ ਨੇ ਪਹਿਲਾਂ ਸਿਮਰਿਆ ਤੇ ਫਰਜ਼ ਬਣਦਾ। ਇੱਥੋਂ ਸਾਨੂੰ ਇੱਕ ਹੋਰ ਤੱਤ ਗਿਆਨ ਹੈ, ਪ੍ਰਥਮ ਆਪਣੇ ਮਾਂ-ਬਾਪ ਨੂੰ ਮੰਨੋ, ਪੂਜੋ, ਸਿਮਰੋ, ਸੰਭਾਲੋ। ਇਹ ਇੱਥੋਂ ਹੀ ਕਲਗੀਧਰ ਜੀ ਨੇ ਅਦਬ ਦੀ ਦੁਨੀਆ ਸਿਖਾਈ ਹੈ। ਜਿੱਥੇ ਅਕਾਲ ਪੁਰਖ ਖੰਡੇ ਦਾ ਪ੍ਰਥਮ ਜਾਪ ਕੀਤਾ, ਨਾਲ ਪ੍ਰਥਮ ਭਗਉਤੀ ਨੂੰ ਵੀ ਸਿਮਰਿਆ। ਜੇ ਮਾਤਾ ਜਨਮ ਦਿੰਦੀ ਹੈ, ਪਿਤਾ ਪ੍ਰਤਪਾਲਣਾ ਵੀ ਕਰਦਾ, ਕਿਰਪਾਨ 'ਚੋਂ ਪੈਦਾ ਹੋਏ ਆ, ਖੰਡਾ ਇਹਨਾਂ ਦੀ ਸੁਰੱਖਿਆ ਕਰਦਾ, ਮਹਾਸ਼ਕਤੀ। ਤੇ ਅੱਗੇ ਕਲਗੀਧਰ ਕਹਿੰਦੇ ਸਾਰੀ ਦੁਨੀਆ ਦੇ ਸ਼ਸਤਰਾਂ ਦੀ ਇਹ ਕਮਾਂਡਰ ਹੈ। ਹੋਵੇ ਕਿਵੇਂ ਨਾ, ਜਦੋਂ ਕਰੋੜਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲੇ ਅਕਾਲ ਪੁਰਖ ਦੇ ਹੱਥ ਵਿੱਚ ਫੜੀ ਹੋਈ ਹੈ। ਤੇ ਜੇ ਇਹਨੂੰ ਪ੍ਰਗਟ ਰੂਪ 'ਚ ਦੇਖਣਾ, ਸਾਡੇ ਮੁਲਕ ਦੇ ਕੁਝ ਇਤਿਹਾਸਕ ਦਿਹਾੜੇ ਨੇ। 26 ਜਨਵਰੀ 15 ਅਗਸਤ ਉਸ ਦਿਨ ਦਾ ਰਾਜਧਾਨੀ ਦਾ ਸਮਾਗਮ ਹੈ। ਰਾਜਪਥ ਤੇ ਪਰੇਡ ਹੁੰਦੀ ਹੈ ਫੌਜ ਦੀ। ਉਹਦੇ ਵਿੱਚ ਉੱਪਰ ਟੈਂਕ, ਤੋਪਾਂ, ਹੈਲੀਕਾਪਟਰ ਵੀ ਅੱਗੇ ਪਿੱਛੇ, ਕਾਫਲਾ ਪੂਰਾ। ਅੱਗੇ ਉਹਨਾਂ ਦਾ ਕਮਾਂਡਰ ਜਿਪਸੀ ਦੇ ਵਿੱਚ ਖੜਾ ਕੇਵਲ ਤੇ ਕੇਵਲ ਇੱਕ ਕਿਰਪਾਨ ਨਾਲ ਉਹਨਾਂ ਦੀ ਕਮਾਂਡ ਕਰਦਾ, ਕਿਉਂਕਿ ਸਾਡੇ ਮੁਲਕ ਦੀ ਰੀੜ੍ਹ ਦੀ ਹੱਡੀ ਆ ਫੌਜ। ਤੇ ਜੇ ਕਹਿ ਲਈਏ ਜੜ ਕਿੱਥੇ ਆ, ਤੇ ਗੁਰੂ ਗ੍ਰੰਥ ਸਾਹਿਬ ਉੱਥੇ ਵੀ ਕਮਾਂਡ ਕਰ ਰਹੇ ਨੇ, ਬਾਰਡਰ ਤੇ, ਸਿਆਚਨ ਗਲੇਸ਼ੀਅਰ ਤੇ। ਜਿਹੜੀ ਸਿੱਖ ਰੈਜੀਮੈਂਟ ਹੈ, ਬਕਾਇਦਾ ਪਾਲਕੀ ਸਾਹਿਬ, ਲੰਗਰ ਸਾਰਾ ਉਹ ਪ੍ਰਬੰਧ ਕਰਦੇ ਆ। ਤੇ ਤੁਰਨ ਵੇਲੇ ਕੀ ਪੜ੍ਹਦੇ ਆ, ਦੇਹ ਸ਼ਿਵਾ ਵਰ ਮੋਹਿ ਇਹ। ਉਹ ਵੀ ਦੁਸ਼ਹਿਰਾ ਮਾਤਮ ਮਨਾਉਂਦੇ ਆ, ਉਹ ਵੀ ਉਹਨਾਂ ਦੀ ਸ਼ਸਤਰ ਪੂਜਾ ਹੈ। ਆਮ ਕਰਕੇ ਹੀ ਫੌਜ ਦੀ ਪਰੇਡ ਵੇਲੇ ਸ਼ਬਦ ਪੜ੍ਹਿਆ ਜਾਂਦਾ, ਦੇਹ ਸ਼ਿਵਾ ਵਰ ਮੋਹਿ ਇਹ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ,
एह लालच हों गुन तव उच्चरों, जब आव की औध निदान बनै, अत ही रण मैं तब जूझ मरो। ते ਇਹੋ ਹੀ ਪੜ੍ਹਿਆ ਇੱਥੇ ਸ਼੍ਰੀ ਚਮਕੌਰ ਸਾਹਿਬ ਸਾਡੇ ਦਸ਼ਮੇਸ਼ ਪਿਤਾ ਕਲਗੀਧਰ ਸਿੰਘ ਸਾਹਿਬ ਜੀ ਨੇ। ਤੇ ਜੇ ਦਿਮਾਗੀ ਸੋਚ ਲਾਈਏ 15 ਲੱਖ ਜੜਿਆ ਮਲਖਈਆ, ਕੇਵਲ 40 ਸਿੰਘ ਭੁੱਖੇ ਤਿਹਾਏ ਜ਼ਖਮੀ ਫੱਟੜ, ਉਹ ਵੀ 8 ਮਹੀਨਿਆਂ ਦੇ। ਤੇ ਅੱਗੇ ਸਰਸਾ ਚੋਂ ਪਾਰ ਕੱਢੇ ਮਹਾਰਾਜ ਨੇ। ਜ਼ਫਰਨਾਮਾ ਸਾਹਿਬ 'ਚ ਲਿਖਤੀ ਰੂਪ ਦਿੱਤਾ ਇਹ ਸਾਰੀ ਚਮਕੌਰ ਸਾਹਿਬ ਦੀ ਜੰਗ ਨੂੰ। ਪਾਤਸ਼ਾਹ ਕਹਿੰਦੇ ਗੁਰਸਨੈ ਚੇਕਾਰੇ ਕੁਨਦ ਚਹਿਲ ਨਰ, ਕਿ 10 ਲੱਖ ਬਰਾਇਦ ਬਰੋ ਬੇਖਬਰ। ਕਹਿੰਦੇ ਔਰੰਗਜ਼ੇਬ ਤੇਰੀ ਬਹਾਦਰੀ ਦੀਆਂ ਵੀ ਮਿਸਾਲਾਂ ਰਹਿਣਗੀਆਂ ਦੁਨੀਆ 'ਚ। ਗੁਰਸਨੈ ਚੇਕਾਰੇ ਕੁਨਦ ਚਹਿਲ ਨਰ ਉਰਦੂ ਫਾਰਸੀ ਦਾ ਜ਼ਫਰਨਾਮਾ ਸਾਹਿਬ ਦਾ ਸ਼ਬਦ ਹੈ। ਪਾਤਸ਼ਾਹ ਕਹਿੰਦੇ ਕੇਵਲ ਚਹਿਲ 40 ਨਰ, ਉਹ ਵੀ 8 ਮਹੀਨਿਆਂ ਦੇ ਘੇਰੇ 'ਚੋਂ ਨਿਕਲੇ। ਰਸਤੇ ਦੇ ਯੁੱਧ 'ਚ ਜ਼ਖਮੀ ਫੱਟੜ, ਅੱਗੇ ਸਰਸਾ ਨਦੀ ਪਾਰ ਕਰੀ ਤੇ ਪਹੁੰਚੇ ਇਹ ਚਮਕੌਰ ਸਾਹਿਬ ਦੀ ਗੜੀ ਅੰਦਰ। 7 ਵਜਨ ਤੇ ਅੱਗੇ ਜਾ ਕੇ ਤੇ ਜੇ ਕਹੀਏ ਜੰਗ ਫਤਿਹ ਕਿਹਦੇ ਸਿਰ ਤੇ ਹੋਈ, ਤੇ ਕਲਗੀਧਰ ਸਾਹਿਬ ਕਹਿੰਦੇ ਕਿਰਪਾ ਕਾਲ ਕੇਰੀ ਭਈ ਜੀਤ ਮੇਰੀ। ਉੱਥੇ 10 ਲੱਖ 15 ਲੱਖ ਦਾ ਕੋਈ ਬਲਬੂਤਾ ਨਹੀਂ ਹੈ। ਜਿੱਥੇ ਕਰੋੜਾਂ ਬ੍ਰਹਿਮੰਡਾਂ ਨੂੰ ਪਾਲਣ ਵਾਲਾ ਅਕਾਲ ਪੁਰਖ ਆਪ ਪ੍ਰਗਟ ਰੂਪ 'ਚ ਕਹਿ ਰਿਹਾ ਹੋਵੇ ਨਿਸ਼ਚੈ ਕਰ ਆਪਣੀ ਜੀਤ ਕਰੋ, ਦੇ ਸ਼ਿਵਾ ਵਰ ਮੋਹੇ ਇਹ। ਕਹਿੰਦੇ ਮੰਨਿਆ 1.25 ਲੱਖ ਨਾਲ ਇੱਕ ਟਕਰਾਵੇਗਾ, ਸਰੀਰ ਦਾ ਅਖੀਰ ਹੋ ਜਾਣਾ। ਪਰ ਮਹਾਰਾਜ ਕਹਿੰਦੇ ਅਤ ਹੀ ਰਣ ਮੈਂ ਤਬ ਜੂਝ ਮਰੋ। ਕਹਿੰਦੇ ਉਹ ਮੇਰੇ ਆਖਰੀ ਪਲ ਇਹੋ ਜਿਹੇ ਹੋਣ ਵੀ ਖਜਾ ਖਚ ਘੋਰ ਭਿਆਨਕ ਯੁੱਧ ਦੇ ਅੰਦਰ ਮੇਰੇ ਸਰੀਰ ਤੇ ਆਤਮਾ ਦਾ ਉਹ ਆਖਰੀ ਮਿਲਾਪ ਹੋਵੇ। ਐਡੀ ਵੱਡੀ ਇਹ ਦੁਆ ਜਿਹੜੀ ਦੇ ਸ਼ਿਵਾ ਵਰ ਮੋਹੇ ਸ਼ਬਦ ਹੈ। ਤੇ ਅੱਜ ਸਾਡੇ ਭਾਰਤ ਦੀ ਫੌਜ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਇਹਨਾਂ ਬਾਣੀਆਂ ਦੇ ਜਾਪ ਕਰਦਿਆਂ ਤੇ ਉਹੀ ਪ੍ਰਥਮ ਭਗਉਤੀ ਅਰਦਾਸ ਕਰਕੇ ਚੱਲਦੀ ਹੈ। ਕਹਿਣ ਤੋਂ ਭਾਵ ਗੁਪਤ ਪ੍ਰਗਟ ਸਭ ਥਾਵਾਂ ਤੇ ਕਲਾ ਸ਼੍ਰੀ ਭਗਉਤੀ ਜੀ ਕੀ ਵਰਤ ਰਹੀ ਹੈ। ਕਿਉਂਕਿ ਸਾਹਿਬ ਜੀ ਨੇ ਲਿਖਿਆ ਹੈ ਚਾਰੇ ਯੁਗ ਕਹਾਣੀ ਚੱਲਗ ਤੇਗ ਦੀ। ਆ ਯੁੱਗ 'ਚ ਅਸੀਂ ਅਣੂ ਪਰਮਾਣੂਆਂ ਤੱਕ ਪਹੁੰਚ ਗਏ ਹਾਂ। ਪਹਿਲੇ ਯੁੱਗਾਂ 'ਚ ਕੋਈ ਹੋਰ ਤਰ੍ਹਾਂ ਦੇ ਮਾਰੂ ਹਥਿਆਰ ਸਨ, ਪਰ ਸਾਹਿਬ ਕਹਿੰਦੇ ਭਗਉਤੀ ਦੀ ਜਿਹੜੀ ਕਹਾਣੀ ਹੈ, ਤਲਵਾਰ ਦੀ ਜਿਹੜੀ ਜੰਗ ਹੈ, ਉਹ ਚਾਰੇ ਯੁੱਗਾਂ 'ਚ ਮੰਨੀ ਜਾਵੇਗੀ। ਨਾ ਇਹ ਮੁੱਕਦੀ ਹੈ ਨਾ ਖੜਦੀ ਹੈ। ਚਾਰੇ ਯੁੱਗ ਕਹਾਣੀ ਚੱਲਗ ਤੇਗ ਦੀ। ਕਹਿੰਦੇ ਪਰਮੇਸ਼ਰ ਦੀ ਸ਼ਕਤੀ ਹੈ, ਇਹ ਕਮਾਂਡ ਹੀ ਕਰੇਗੀ ਚਾਰੇ ਯੁੱਗਾਂ ਦੀ, ਤਾਂ ਇਹਦੀ ਪੂਜਾ ਕਰਦੇ ਆ। ਸਾਹਿਬ ਜੀ ਨੇ ਇਹ ਦੁਸ਼ਹਿਰੇ ਦਾ ਜਿਹੜਾ ਜੋੜ ਮੇਲ ਖਾਲਸੇ ਨੂੰ ਸ਼ਸਤਰਾਂ ਦੀ ਪੂਜਾ 'ਚ ਜੋੜਿਆ ਹੈ। ਖਾਲਸਾ ਜੀਓ, ਇਹ ਦੁਸ਼ਹਿਰੇ ਦੇ ਪੁਰਬ ਉੱਪਰ ਸਾਡੇ ਨੀਲੇ ਦੇ ਸਵਾਰ ਸ਼ਾਹੇ ਸ਼ਹਿਨਸ਼ਾਹ ਕੋਟ ਬ੍ਰਹਮੰਡਾਂ ਦੇ ਮਾਲਕ ਕਲਗੀਧਰ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਬਾਜਾਂ ਫੌਜਾਂ ਮੌਜਾਂ ਤਖਤਾਂ ਤਾਜਾਂ ਕਿਲਿਆਂ ਕੋਟਾਂ ਵਾਲੇ ਸੱਚੇ ਪਾਤਸ਼ਾਹ, ਤੇ ਜਿਨ੍ਹਾਂ ਨੇ ਸ਼ਸਤਰ ਤੇ ਸ਼ਸਤਰ ਪੂਜਾ ਦੀ ਮਰਜ਼ਾਦਾ ਆਪਣੇ ਕਰ ਕਮਲਾਂ ਨਾਲ ਸਿਖਾਈ। ਖਾਲਸੇ ਨੇ ਵਿਦਿਆ ਵੀ ਸਿਖਾਈ ਤੇ ਪੂਜਾ ਕਰਨੀ ਵੀ ਸਿਖਾਈ। ਕਿਉਂ? ਕਹਿੰਦੇ ਭਾਈ ਉਹੋ ਹੀ ਕਿਰਿਆ ਕਰਮ ਅੱਜ ਤੱਕ ਖਾਲਸੇ ਦੇ ਵਿੱਚ ਹੂਬਹੂ ਜਿਹੜਾ ਉਹ ਚੱਲਦਾ ਆ ਰਿਹਾ। ਗੁਰੂ ਕੇ ਪੰਥ ਨੇ ਉਹ ਰਹੁ ਰੀਤਾਂ ਸੰਭਾਲੀਆਂ ਹੋਈਆਂ ਨੇ। ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਵੀ ਕਲਗੀਧਰ ਜੀ ਵੇਲੇ ਤੋਂ ਇਹ ਦੁਸ਼ਹਿਰੇ ਦੇ ਮਹੱਲੇ ਦੀ ਜਿਹੜੀ ਮਰਜ਼ਾਦਾ ਨਾ, ਇਹਨੂੰ ਨਗਰ ਕੀਰਤਨ ਤੇ ਸ਼ਸਤਰ ਵਿਦਿਆ ਦੇ ਅਭਿਆਸ, ਗੱਤਕਾ, ਘੋੜਸਵਾਰੀ ਆਦਿਕ ਕਰਤੱਬਾਂ ਦੇ ਨਾਲ ਖਾਲਸਾ ਉੱਥੇ ਪਹੁੰਚ ਕੇ ਨਿਭਾਉਂਦਾ ਆ ਰਿਹਾ। ਇਹ ਵੀ ਪੁਰਾਤਨ ਹੀ ਮਰਜ਼ਾਦਾ। ਕਲਗੀਧਰ ਸਿੰਘ ਸਾਹਿਬ ਜੀ ਤੋਂ ਹੀ ਜਿਹੜਾ ਸੱਚਖੰਡ ਦੇ ਦੁਸ਼ਹਿਰੇ ਦਾ ਜਿਹੜਾ ਹੱਲਾ ਮਹੱਲਾ ਉਹ ਕਰਦੇ ਆ ਹਜੂਰੀ ਪਿਆਰੇ, ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵੱਲੋਂ। ਤੇ ਉਹ ਕਹਿੰਦੇ ਕਲਗੀਧਰ ਸਿੰਘ ਸਾਹਿਬ ਜੀ ਨੇ ਗਠਨ ਕੀਤਾ ਉਹ ਮਰਜ਼ਾਦਾਵਾਂ ਦਾ। ਇਉਂ ਭਾਈ ਇਤਿਹਾਸ ਦੇ ਵਿੱਚ ਆਉਂਦਾ ਹੈ, 1 ਅੱਸੂ ਦੇ ਪਹਿਲੇ ਨਵਰਾਤਰੇ ਨੂੰ
ਸਿੱਖ ਰਾਜ ਦਾ ਜਿਹੜਾ ਸਰਪ੍ਰਸਤ ਮੰਨਿਆ ਜਾਂਦਾ। ਬਹੁਤ ਵੱਡੀਆਂ ਸੇਵਾਵਾਂ ਨੇ ਭਾਈ, ਗੱਲਾਂ ਵਾਲੇ ਹੈਨ ਘਨੇਰੇ, ਕਹਿ ਹੀ ਦੇਣਾ ਕੁਝ ਨਾ ਕੁਝ। ਸਾਹਿਬ ਕਹਿੰਦੇ ਆਪ ਨਾ ਦੇ ਚੁਰੂ ਭਰ ਪਾਣੀ, ਤੇ ਨਿੰਦਾ ਜੇ ਗੰਗਾ ਆਨੀ। ਆਪ ਤੇ ਚੂਲੀ ਪਾਣੀ ਦੀ ਨਹੀਂ ਕਿਸੇ ਨੂੰ ਦੇਣ ਜੋਗੇ, ਤੇ ਨਿੰਦਿਆ ਕਰਦੇ ਨੇ ਜਿਹੜੇ ਆ ਭਗੀਰਥ ਵਰਗੇ ਗੰਗਾ ਲੈ ਆਏ। ਉਹ ਗੱਲ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਰੂ ਘਰ ਦਾ ਅਨੰਨ ਸ਼ਰਧਾਲੂ ਸਿੱਖ ਜਰਨੈਲ ਹੋਇਆ, ਤੇ ਪੰਥ ਦੀ ਤਾਬਿਆ 'ਚ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜੇ ਅਕਾਲੀ ਜੀ ਨੇ ਘੂਰਿਆ ਤੇ ਸੱਤ ਵਚਨ ਵੀ ਗਿਆ, ਕੋਰੜੇ ਖਾਣ ਲਈ ਵੀ ਖੜ ਗਿਆ। ਉਹ ਕੰਨਿਆ ਕੁਮਾਰੀ ਆ ਚੈਨਾ ਤੱਕ ਅੱਜ ਵੀ ਯਾਦ ਕਰਦੇ ਆ ਕਸ਼ਮੀਰ ਵਾਲੇ ਸਿੱਖ ਰਾਜ ਨੂੰ। ਉਹ ਸ਼ੇਰੇ ਪੰਜਾਬ ਜਿਹਨੂੰ ਇਤਨਾ ਵੱਡਾ ਰਾਜ ਤੇਜ ਮਿਲਿਆ, ਉਹਦਾ ਵੀ ਕਾਰਨ ਸੀ। ਉਹਦੇ ਪਿਤਾ ਪੁਰਖਿਆਂ ਨੇ, ਉਹਦੇ ਦਾਦਿਆਂ ਨੇ ਮੋਢਿਆਂ ਤੇ ਬਿਠਾ ਕੇ ਘੱਲੂ ਘਾਰੇ ਲੜੇ ਸਨ, ਜਿਹੜੇ ਪੰਥ ਨਾਲ ਹੋਏ ਅਹਿਮਦ ਸ਼ਾਹ ਅਬਦਾਲੀ ਵੇਲੇ। ਉਹਨਾਂ ਨੇ ਅੱਖੀਂ ਵੇਖੇ ਸੀ ਉਹ ਸਾਰੇ ਜੰਗ ਯੁੱਧ। ਨਲੂਏ ਵਰਗੇ ਸਰਦਾਰ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ, 96 ਕਰੋੜੀ ਜਥੇਦਾਰ ਬੁੱਢਾ ਦਲ, ਜਿਨ੍ਹਾਂ ਨੇ ਆਪ ਇਹ ਧਰਮ ਯੁੱਧ ਨਿਭਾਏ ਆ, ਤੇ ਸਾਡੇ ਇਸ ਭਾਰਤ ਵਰਸ ਦੀ ਉਹ ਅਫਗਾਨਾਂ ਦੇ ਬਾਰਡਰਾਂ ਤੇ ਰੱਖਿਆ ਕੀਤੀ ਹੈ। ਉਹ ਆ ਸ਼ਸਤਰ ਪੂਜਾ ਦੇ ਬਲਬੂਤੇ ਤੇ ਇਹਦੀ ਤਾਕਤ ਦੇ ਸਦਕਾ ਹੀ ਸਾਰਾ ਇਤਿਹਾਸ ਜਿਹੜਾ ਸਿਰਜਿਆ ਹੈ। ਕਹਿੰਦੇ ਆਪ ਸ਼ੇਰੇ ਪੰਜਾਬ ਅਬਚਲ ਨਗਰ ਹਜੂਰ ਸਾਹਿਬ ਦੀ ਤਾਬਿਆ 'ਚ ਪਹੁੰਚ ਜਾਂਦਾ ਇਹ ਦੁਸ਼ਹਿਰੇ ਦੇ ਜੋੜ ਮੇਲੇ ਤੇ। ਫਿਰ ਅੱਜ ਵੀ ਉਹਦੇ ਬੜੇ ਬੜੇ ਕੀਮਤੀ ਸ਼ਸਤਰ ਜਿਹੜੇ ਤਖਤ ਸਾਹਿਬ ਨੂੰ ਭੇਟ ਕਰੇ ਆ ਨਾ ਸ਼ੇਰੇ ਪੰਜਾਬ ਨੇ, ਉਹ ਵਿਖਾਏ ਜਾਂਦੇ ਆ ਸੰਧਿਆ ਦੇ ਨਿਤਨੇਮ ਤੋਂ ਉਪਰੰਤ। ਐਡੀ ਵੱਡੀ ਆਸਥਾ ਸੀ। ਉਹ ਕਈ ਆਮ ਕਰਕੇ ਹੀ ਪਾਤਸ਼ਾਹਾਂ ਤੇ ਹੋਰ ਗੁਰਮਤਾ ਸੀ, ਜੋਤੀ ਜੋਤ ਸਮਾਏ ਆ ਜਦੋਂ। ਉਹ ਕਹਿੰਦੇ ਰਾਜ ਕੋ ਰਾਜ ਰਹਿਣੇ ਦੋ, ਇਹ ਜਿਹੜਾ ਅੰਗੀਠਾ ਸਾਡਾ ਨਾ ਫਰੋਲਿਓ, ਕੋਈ ਇਹਦੇ ਤੇ ਯਾਦਗਾਰ ਨਾ ਬਣਾਇਓ। ਆਮ ਕਰਕੇ ਇਹ ਗੱਲਾਂ ਸੁਣਾਈਆਂ ਜਾਂਦੀਆਂ। ਪਰ ਸ਼ੇਰੇ ਪੰਜਾਬ ਨੇ ਉਹ ਅਬਚਲ ਨਗਰ ਕਹਿਣ ਲੱਗਿਆ ਕੱਖ ਨਾ ਰਵੇ ਸੰਸਾਰ ਅੰਦਰ, ਪਰ ਇਹ ਕਲਗੀਧਰ ਸਿੰਘ ਸਾਹਿਬ ਦਾ ਦਰਬਾਰ ਜੁਗੋ ਜੁਗ ਅਟਲ ਹੈ। ਵਿਸ਼ਵ ਦੇ ਵਿੱਚ ਇਹ ਧਰਮ ਦੀਆਂ ਰਹੁ ਰੀਤਾਂ ਪਰੰਪਰਾਵਾਂ ਨੂੰ ਪ੍ਰਕਾਸ਼ਿਤ ਕਰੇਗਾ, ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਗੱਦੀ ਤੇ ਬਿਰਾਜਮਾਨ ਹੋਏ। ਤਾਂ ਹੀ ਕਹਿੰਦੇ ਆ ਜਗਮਗ ਜੋਤ ਵਿਰਾਜ ਰਹੀ, ਸ੍ਰੀ ਅਬਚਲ ਨਗਰ ਮਝਾਰ। ਉੱਥੋਂ ਹੀ ਪੰਥ ਨੂੰ, ਗੁਰੂ ਪੰਥ ਬੁੱਢਾ ਦਲ ਨੂੰ ਨਗਾਰਾ ਨਿਸ਼ਾਨ ਬਾਬਾ ਬਨੋਦ ਸਿੰਘ ਸਾਹਿਬ ਥਾਪ ਕੇ ਪਤਾ ਕਿਤਨੇ ਬੜੇ ਬੜੇ ਕਾਰਜ ਉੱਥੇ ਸੰਪੂਰਨ ਕੀਤੇ ਪਾਤਸ਼ਾਹ ਨੇ। ਤੇ ਸ਼ੇਰੇ ਪੰਜਾਬ ਕਹਿਣ ਲੱਗੇ ਕੱਖ ਨਾ ਰਹੇ, ਪਰ ਇਹ ਗੁਰੂ ਕੀ ਯਾਦਗਾਰ, ਗੁਰੂ ਕੇ ਦਰਬਾਰ ਸਜਣਗੇ। ਤੇ ਅੱਜ ਜਿਹੜੇ ਵਿਰਾਜਮਾਨ ਇਉਂ ਆਪ ਪਹੁੰਚ ਕੇ ਸ਼ਸਤਰ ਪੂਜਾ ਅਰਦਾਸ ਵਿੱਚ ਹਾਜ਼ਰ ਹੋ ਕੇ ਕਹਿੰਦੇ ਲੰਬਾ ਸਮਾਂ ਵੀਰ ਰਸੀ ਬਾਣੀ ਪੜ੍ਹਦਾ ਸੁਣਦਾ ਮਹਾਰਾਜ ਦੇ ਦਰਬਾਰ 'ਚ ਬੈਠ ਕੇ। ਤੇ ਦੁਸ਼ਹਿਰੇ ਵਾਲੇ ਦਿਨ ਪੂਰਨ ਮਰਜ਼ਾਦਾ ਵਿਧੀ ਮੁਤਾਬਕ ਜਿਹੜੀ ਦੁਸ਼ਹਿਰੇ ਮਹਾਤਮ ਦੇ ਪਾਠ ਦੀ ਸੰਪੂਰਨਤਾ ਹੁੰਦੀ। ਪਿਛਲੇ ਪੈਰ ਸ਼ੇਰੇ ਪੰਜਾਬ ਜੀ ਜਿਹੜਾ ਸਾਰੇ ਪੰਥ ਦੀ ਦਾਬਿਆ 'ਚ ਸ਼ਾਹੀ ਸ਼ਾਨੋ ਸ਼ੌਕਤ ਖਾਲਸਾਈ ਜਾਹੋ ਜਲਾਲ ਦੇ ਨਾਲ ਹਾਥੀ ਦੇ ਉੱਪਰ ਸਵਾਰ ਹੋ ਕੇ, ਤੇ ਇਹ ਅਦੁੱਤੀ ਮਹੱਲੇ ਦੀ ਜਿਹੜੀ ਆਪ ਸੇਵਾ ਤਾਬਿਆ 'ਚ ਸੰਪੰਨਤਾ ਤੱਕ ਜਿਹੜੇ ਹਾਜ਼ਰੀ ਭਰਦੇ। ਇਉਂ ਸੱਜੇ ਹੱਥ ਵੜੇ ਘੋੜ ਚੜੇ ਜਥੇਦਾਰ ਪੰਥ ਦੀ ਕਮਾਂਡ ਕਰਦਿਆਂ ਅਕਾਲੀ ਫੂਲਾ ਸਿੰਘ ਸਾਹਿਬ ਜੀ, ਨਗਾਰੇ ਨਿਸ਼ਾਨ ਅੱਗੇ, ਤੇ ਨਾਲ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਸਾਹਿਬ ਜੀ। ਇਹੋ ਜਿਹੇ ਜੰਗੀ ਜਰਨੈਲ ਕਹਿੰਦੇ ਭਾਈ ਮਗਰ ਗੁਰੂ ਕੀਆਂ ਫੌਜਾਂ, ਅੱਗੇ ਜਰਨੈਲ ਸਰਦਾਰ ਹਰੀ ਸਿੰਘ ਜੀ ਨਲੂਆ, ਗ੍ਰੇਟਰ ਹਜ਼ਾਰਾ, ਗਵਰਨਰ ਕਸ਼ਮੀਰ ਸਿੰਘ ਸਾਹਿਬ ਤੋਂ ਬਾਅਦ ਫਿਰ ਮਗਰ ਉਹ ਫੌਜ ਲੈ ਕੇ ਇਉਂ ਜਿਹੜਾ ਪੰਥ ਦੀ ਤਾਬਿਆ 'ਚ ਮਹੱਲਾ ਚੜ੍ਹਦੇ। ਐਸੀਆਂ ਏਕ ਸੇ ਬੜਕਰ ਏਕ, ਇੱਕ ਦੂ ਇੱਕ ਜੜਨ ਦੀਆ, ਕੌਣ ਜਾਣਾ ਮੇਰਾ ਨਾਮ ਜੀਓ। ਇਹ ਗੁਰੂ ਘਰ ਸੱਚੇ ਪਾਤਸ਼ਾਹ ਦੀ ਕੋਟ ਬ੍ਰਹਿਮੰਡਾਂ ਦੀ ਪਾਤਸ਼ਾਹੀ ਹੈ।
ਇੱਥੇ ਸੇਵਾ ਸਿਮਰਨ, ਇੱਥੇ ਬੰਦਗੀ, ਸ਼ਹਾਦਤ, ਤਪ ਤਿਆਗ ਕਰਨ ਵਾਲਿਆਂ ਦਾ ਕੋਈ ਅੰਤ ਨਹੀਂ ਹੈ। ਏਕ ਸੇ बढ़ कर एक ਜਰਨੈਲ, ਤਪੀਸ਼ਰ ਤੇ ਸੇਵਾ ਕਰਨ ਵਾਲੇ ਉਹ ਰਤਨਾਂ ਵਾਂਗ ਜੜੇ ਪਏ ਨੇ ਗੁਰੂ ਕੇ ਇਤਿਹਾਸ 'ਚ। ਉਹਨਾਂ ਦੇ ਪਿੱਛੇ ਕਹਿੰਦੇ 7ਵੇਂ ਪਾਤਸ਼ਾਹ ਜੀ ਦੇ ਨਾਮ ਉੱਪਰ ਜਿਹੜੀ ਮਿਸਲ ਕਾਇਮ ਕਰੀ ਸੀ ਨਾ 2200 ਘੋੜ ਅਸਵਾਰਾਂ ਦੀ, ਤੇ ਉਹਦਾ ਨਾਮ ਕੀ ਰੱਖਿਆ ਸੀ? ਅਕਾਲ ਰੈਜੀਮੈਂਟ। ਉਹ ਰੈਜੀਮੈਂਟ ਦਾ ਨਾਮ ਸੀ ਅਕਾਲ ਰੈਜੀਮੈਂਟ। ਤੇ ਉਹ ਜਵਾਨਾਂ ਦੀ ਪੂਰਨ ਸਿੱਖੀ ਰਹੁ ਰੀਤ ਦੇ ਵਿੱਚ ਜਿਹੜਾ ਵੇਸ਼ਭੂਸ਼ਾ ਸਰੂਪ ਹੈ, ਘੋੜ ਚੜੇ ਇਉਂ 2200 ਘੋੜ ਸਵਾਰਾਂ ਦੀ ਮਿਸਲ ਉਹ ਆਪਣੇ ਹੀ ਲਹਿਰ ਵਿੱਚ ਜਿਹੜੀ ਨਗਾਰੇ ਨਿਸ਼ਾਨਾਂ ਦੀ ਤਾਬਿਆ 'ਚ ਚੱਲਦੀ। ਤੇ ਖੁੱਲੇ ਪੰਡਾਲ ਵਿੱਚ ਇਹ ਮਹੱਲਾ ਪਹੁੰਚਦਾ। ਉੱਥੇ ਆਪ ਮਹਾਰਾਜਾ ਵੀ ਜਿੱਥੇ ਸ਼ਸਤਰਾਂ ਦੇ ਜੌਹਰ ਵਿਖਾਉਂਦੇ, ਅਸਵਾਰ ਫੌਜਾਂ ਸਰਦਾਰ ਆਪੋ ਆਪਣੀ ਵਿਦਿਆ ਦੇ ਜ਼ਹਿਰ ਤੇ ਅਕਾਲ ਅਕਾਲ ਦੇ ਜਕਾਰੇ ਗਜਾਉਂਦਿਆਂ ਇਹ ਦੁਸ਼ਹਿਰੇ ਦਾ ਸਮਾਗਮ ਪੂਰਾ ਕਰਦੇ। ਸੰਪੂਰਨਤਾ ਤੇ ਫਿਰ ਆਪ ਸ਼ੇਰੇ ਪੰਜਾਬ ਸਾਰੇ ਸਿੰਘਾਂ ਦਾ ਮਾਨ ਸਨਮਾਨ ਕਰਦਾ, ਪੂਜਾ ਕਰਦਾ ਖਾਲਸੇ ਦੀ। ਤੇ ਇਹ ਵੀ ਸਾਡਾ ਇਤਿਹਾਸ ਹੈ। ਜਦੋਂ ਤੱਕ ਖਾਲਸਾ ਏਕਤਾ ਦੇ ਵਿੱਚ ਰਿਹਾ, ਬੰਸ ਘਾਤ ਕਰਨਾ ਨਹੀਂ ਇਹ ਸਿੰਘਨ ਕੀ ਰੀਤ, ਇਸ ਰੀਤ ਤੇ ਚੱਲਦਾ ਰਿਹਾ ਤੇ ਉਤਨਾ ਚਿਰ ਤਪ ਤੇਜ ਔਰ ਚਾਈਨਾ ਤੱਕ ਫੈਲ ਗਿਆ ਭਾਰਤ ਵਰਸ਼ ਦਾ। ਉਹੀ ਲਾਲ ਕਿਲਾ ਜਿਹਨੂੰ ਕਦੇ ਅਬਦਾਲੀ ਕਦੇ ਦੁਰਾਨੀ ਜਿਹੜਾ ਆਉਂਦਾ ਜਿੱਤ ਕੇ ਬੈਠ ਜਾਂਦਾ ਸੀ। ਤੇ ਖਾਲਸੇ ਨੇ ਔਰ ਦਰਾ ਖੈਬਰ ਜਿੱਥੋਂ ਸਾਰੇ ਹਮਲੇ ਹਿੰਦੁਸਤਾਨ ਤੇ ਹੁੰਦੇ ਸਨ, ਉੱਥੇ ਜਮਰੌਦ ਅਟਕ ਵਰਗੇ ਕਿਲੇ ਪਾ ਕੇ ਇਸ ਭਾਰਤ ਵਰਸ਼ ਦੀ ਰੱਖਿਆ ਕੀਤੀ। ਅਕਾਲ ਰੈਜੀਮੈਂਟ ਦੀ ਕਮਾਂਡ ਕਰਦਿਆਂ ਜਰਨੈਲ ਹਰੀ ਸਿੰਘ ਨਲੂਆ ਲੋਹੇ ਦੀ ਕੰਧ ਬਣ ਕੇ ਖੜ ਗਿਆ ਭਾਰਤ ਦੀਆਂ ਸਰਹੱਦਾਂ ਤੇ। ਇਹ ਸਾਡੇ ਜਰਨੈਲਾਂ ਦਾ ਇਤਿਹਾਸ ਹੈ। ਇੱਥੋਂ ਉਹ ਆ ਅਦੁੱਤੀ ਸ਼ਕਤੀ ਜਿਹੜੀ ਪ੍ਰਾਪਤ ਕਰਦੇ। ਤੇ ਫਿਰ ਇਉਂ ਸਾਰਿਆਂ ਦੀ ਪੂਜਾ ਪ੍ਰਤਿਸ਼ਠਾ ਅਕਾਲ ਅਕਾਲ ਗਜਾਉਂਦਾ ਖਾਲਸਾ ਫਿਰ ਵਾਪਸ ਆਪਣੇ ਪੜਾਵਾਂ ਤੇ ਸਥਾਨਾਂ ਤੇ ਆ ਕੇ ਜਿਹੜਾ ਅਵਤਾਰਾ ਕਰਦੇ। ਇਉਂ ਕਲਗੀਧਰ ਸਿੰਘ ਸਾਹਿਬ ਜੀ ਨੇ ਇਹ ਜਿਹੜੀ ਮਰਜ਼ਾਦਾ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ। ਅੱਜ ਤੱਕ ਉਹ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅੰਦਰ ਵੀ ਸਲਾਮਤ ਹੈ। ਤੇ ਗੁਰੂ ਪੰਥ ਦਲਾਂ ਮਿਸਲਾਂ ਕਈ ਗੁਰਸਿੱਖ ਰਹੁ ਰੀਤਾਂ ਮੁਤਾਬਕ ਦੇਸ਼ਾਂ ਵਿਦੇਸ਼ਾਂ ਤੇ ਆਪਣੇ ਘਰਾਂ ਵਾਰਾਂ 'ਚ ਵੀ ਇਹ ਪੂਜਾ ਪ੍ਰਤਿਸ਼ਠਾ ਕਰਦੇ। ਇਹ ਮਰਜ਼ਾਦਾ ਸਦੀਆਂ ਪੁਰਾਣੀ ਹੈ। ਹਜੂਰ ਸਾਹਿਬ ਤਖਤ ਸਾਹਿਬ ਜੀ ਤੇ ਹੂਬਹੂ ਜਿਹੜੀ ਪਰੰਪਰਾ ਉਹ ਕੁਝ ਹੈ, ਪਰ ਜ਼ਿਆਦਾਤਰ ਉਹ ਪੰਥ ਵਾਲੀਆਂ ਹੀ ਸਾਰੀਆਂ ਰਹੁ ਰੀਤਾਂ ਨੇ। ਕਿਉਂਕਿ ਕਲਗੀਧਰ ਜੀ ਨੇ ਆਪ ਸਾਰੀ ਮਰਜ਼ਾਦਾ ਦਾ ਗਠਨ ਕਰਕੇ ਫਿਰ ਆਪ ਜੇ ਕੋਈ ਕਵੇ ਬਈ ਮਹਾਰਾਜ ਉੱਥੋਂ ਅਲੋਪ ਹੋ ਗਏ, ਜੋਤੀ ਜੋਤ ਸਮਾ ਗਏ, ਫਿਰ ਕਿੱਥੇ ਗਏ? ਤੇ ਕਲਗੀਧਰ ਸਿੰਘ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੁਆਰਾ ਲਿਖਿਆ, ਖਾਲਸੇ ਮਹਿ ਹਉ ਕਰੋ ਨਿਵਾਸ, ਖਾਲਸਾ ਮੇਰੋ ਰੂਪ ਹੈ ਖਾਸ। ਮਹਾਰਾਜ ਨੇ ਆਪਣੀ ਅੰਮ੍ਰਿਤ ਪਾਵਨ ਕਲਮ ਦੇ ਨਾਲ ਲਿਖ ਦਿੱਤਾ, ਮੈਂ ਸਦੀਵ ਕਾਲ ਖਾਲਸੇ ਵਿੱਚ ਨਿਵਾਸ ਕਰਦਾ ਹਾਂ। ਤੇ ਉੱਥੇ ਸੰਬੰਧਕ ਸ਼ਬਦ ਹੈ, ਸਿੱਖ ਪੰਚਨ ਮੈਂ ਮੇਰੋ ਵਾਸਾ, ਰਹਿਤ ਸਹਿਤ ਜਹ ਪੰਚੋਂ ਮਿਲੇ, ਮਮ ਸਰੂਪ ਤਹ ਦੇਖੋ ਭਲੇ। ਜਿਹੜੇ ਆਪਣੇ ਪੰਥ ਦੇ ਸਦਾ ਹੀ ਅੰਗ ਸੰਗ ਹੈ, ਮਾਤਾ ਪਿਤਾ ਦੀ ਨਿਆਈ। ਤੇ ਇਉਂ ਸਾਧ ਸੰਗਤ ਜੀ ਇਹ ਪਰੰਪਰਾਵਾਂ ਨੇ ਦੁਸ਼ਹਿਰੇ ਦਾ ਜੋੜ ਮੇਲ ਜੋ ਕਹਿੰਦੇ ਭਾਈ 10ਵੇਂ ਦੁਸ਼ਹਿਰੇ ਤੇ ਇਹਦੀ ਸੰਪੂਰਨਤਾ ਹੈ। 10ਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸ਼ਸਤਰ ਪੂਜਾ, ਅਕਾਲ ਉਸਤਤ ਤੇ ਇਉਂ ਪਿਛਲੇ ਯੁੱਗਾਂ ਦੇ ਜਿਹੜੇ ਵਾਕਿਆਤ ਵਾਹਿਗੁਰੂ ਪਰਮੇਸ਼ਰ ਵੱਲੋਂ ਭੇਜੇ ਅਵਤਾਰਾਂ ਵੱਲੋਂ ਹੋਏ, ਉਹਨਾਂ ਦੇ ਜੰਗਾਂ ਯੁੱਧਾਂ ਦਾ ਵੀ ਕੁਝ ਜ਼ਿਕਰ ਆਉਂਦਾ ਹੈ। ਤੇ ਇਉਂ ਸਾਧ ਸੰਗਤ ਜੀ ਇਹ ਜਿਹੜੀ ਸਾਰੀ ਪੋਥੀ ਪਹਿਲਾਂ ਬਾਣੀਆਂ ਵੱਖ-ਵੱਖ ਸਰੂਪਾਂ ਦੇ ਵਿੱਚੋਂ ਲੈ ਕੇ ਪੜ੍ਹੀਆਂ ਜਾਂਦੀਆਂ ਸਨ ਤੇ ਫਿਰ ਸਮੇਂ ਮੁਤਾਬਕ ਕਹਿੰਦੇ ਇਹ ਸਾਰੀ ਬਾਣੀ ਨੂੰ ਇਕੱਤਰ ਕਰਕੇ ਇਹ ਦੁਸ਼ਹਿਰੇ ਮਹਾਤਮ ਦੀ ਜਿਹੜੀ ਪੋਥੀ ਆ ਉਹ ਹੋਂਦ ਵਿੱਚ ਆਈ। ਤੇ ਇਉਂ ਸ਼ਸਤਰਾਂ ਦੀ ਦੁਨੀਆ ਦਾ ਵੱਡਾ ਪ੍ਰਤਾਪ 10ਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ
ਘੱਟੋ ਘੱਟ 125 ਅੰਗ ਜਿਹੜਾ ਕੇਵਲ ਸ਼ਸਤਰਾਂ ਦੀ ਵਡਿਆਈ ਲਿਖਦਿਆਂ ਹੀ ਮਹਾਰਾਜ ਨੇ ਲਿਖ ਦਿੱਤਾ, ਜਿਹਨੂੰ ਕਿ ਸ਼ਸਤਰ ਨਾਮ ਮਾਲਾ ਦੇ ਨਾਮ ਨਾਲ ਜਾਣਿਆ ਜਾਂਦਾ। ਇਹ ਕਹਿ ਲਓ ਸਰਬਲੋ ਮਹਾਰਾਜ ਇੱਕ ਓੰਕਾਰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਗਲ ਵਿੱਚ ਉਹਨਾਂ ਦੀਆਂ ਮਹਾਨ ਸ਼ਕਤੀਆਂ ਦੇ ਪ੍ਰਤੱਖ ਸਰੂਪ ਸ਼ਸਤਰਾਂ ਦੀ ਮਾਲਾ ਬਣਾ ਕੇ ਕਲਗੀਧਰ ਸਿੰਘ ਸਾਹਿਬ ਜੀ ਨੇ ਪਾ ਦਿੱਤੀ। ਤੇ ਇਉਂ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਜਿੱਥੇ ਵੱਡੇ ਵਰਦਾਨ ਆਪਣੇ ਖਾਲਸੇ ਨੂੰ ਭਵਿੱਖਤ ਰੂਪ ਦੇ ਵਿੱਚ ਵੀ ਦਿੱਤੇ ਹਨ, ਉੱਥੇ ਅਜੋਕੇ ਸਮੇਂ 'ਚ ਵੀ ਸਾਰੇ ਵਿਸ਼ਵ ਅੰਦਰ ਸੁਖ ਸ਼ਾਂਤੀ ਅਮਨ ਚੈਨ ਵਰਤੇ। ਗੁਰੂ ਕੇ ਸਮੁੱਚੇ ਪਰਿਵਾਰ, ਸਾਰੇ ਦਲਾਂ ਮਿਸਲਾਂ, ਸਿੱਖਾਂ ਸੰਗਤਾਂ, ਦੇਸ਼ਾਂ ਵਿਦੇਸ਼ਾਂ ਅੰਦਰ ਜਿਹੜਾ ਪ੍ਰੇਮ ਇਤਫਾਕ ਸਦਭਾਵਨਾ ਤੇ ਸਤਿਗੁਰੂ ਜੀ ਜਹਾਂ ਜਹਾਂ ਵੀ ਖਾਲਸਾ ਜੀ ਸਾਹਿਬ ਹੈ, ਸਾਰਿਆਂ ਦੀ ਸਤਿਗੁਰੂ ਬੌੜੀ ਕਰਨੀ, ਰੱਖਿਆ ਰਿਆਇਤ ਕਰਨੀ। ਤੇ ਇਹ ਦੁਸ਼ਹਿਰੇ ਦੇ ਜੋੜ ਮੇਲੇ ਤੇ ਭਾਈ ਸਾਰਿਆਂ ਨੂੰ ਗੁਰੂ ਪੰਥ ਵੱਲੋਂ, ਸਿੰਘ ਸਾਹਿਬ ਮਹਾਂਪੁਰਖਾਂ ਵੱਲੋਂ ਸ਼੍ਰੀ ਚਮਕੌਰ ਸਾਹਿਬ ਜੀ ਦੇ ਪਾਵਨ ਮੁਬਾਰਕ ਅਸਥਾਨਾਂ ਤੇ ਇਹ ਦੁਸ਼ਹਿਰੇ ਜੋੜ ਮੇਲੇ ਸ਼ਸਤਰ ਪੂਜਾ ਦੀ ਸੰਪੰਨਤਾ ਸਾਰਿਆਂ ਨੂੰ ਭਾਈ ਕੋਟ ਕੋਟ ਵਧਾਈਆਂ। ਸਤਿਗੁਰੂ ਗੁਰਮਤਿ ਗੁਰਸਿੱਖੀ ਬਾਣੀ ਬਾਣਾ ਇਹ ਅਟਲ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰੇ। ਸਾਹਿਬ ਜੀ ਦਾ ਇਹ ਹੁਕਮ ਹੈ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਕਹਿੰਦੇ ਭਾਈ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਕਲਯੁਗ ਦੇ ਅੰਦਰ ਜਿਹੜਾ ਅਟਲ ਪਦਾਰਥ ਹੈ, ਅਟਲ ਪਦਵੀ ਨਾਮ ਸਿਮਰਨ ਤੇ ਅੰਮ੍ਰਿਤ ਦੇ ਜਰੀਏ ਲੱਭਦਾ, ਸਤਿਗੁਰੂ ਪਾਤਸ਼ਾਹ ਕਹਿੰਦੇ ਪੰਜਾਂ ਤੋਂ ਪ੍ਰਾਪਤ ਕਰੋ। ਇਹ 52 ਜਿਹੜੇ ਹੁਕਮ ਕੀਤੇ ਨਾ ਸੱਚਖੰਡ ਸਾਹਿਬ ਜੋਤੀ ਜੋਤ ਸਮਾਉਣ ਵੇਲੇ, ਉਹਨਾਂ ਨੂੰ 52 ਹੁਕਮ ਕਹਿੰਦੇ ਨੇ। ਆ ਲਿਖੇ ਹੋਏ ਵੀ ਮਿਲਦੇ ਆ ਤਸਵੀਰਾਂ ਦੇ ਰੂਪ 'ਚ, ਤੇ ਉਹਨਾਂ 'ਚ ਲਿਖਿਆ ਖੰਡੇ ਦੀ ਪੌਲ ਪੰਜਾਂ ਤੋਂ ਲੈਣੀ। ਕਹਿੰਦੇ ਜਿਹੜੀ ਅੰਮ੍ਰਿਤ ਦੀ ਪੌਲ ਹੈ ਉਹ 5 ਪਿਆਰਿਆਂ ਤੋਂ ਪ੍ਰਾਪਤ ਕਰਕੇ ਗੁਰਮਤਿ ਗੁਰਸਿੱਖੀ ਤੇ ਬਾਣੀ ਬਾਣਾ ਜਿਹੜਾ ਧਾਰਨ ਕਰਨਾ। ਫਿਰ ਪਾਤਸ਼ਾਹ ਕਹਿੰਦੇ ਸਦਾ ਚਿਰ ਜੀਵੋ, ਫਿਰ ਜਿਹੜੀ ਵਾਰ-ਵਾਰ ਜੰਮਣ ਮਰਨ ਦੇ ਗੇੜ 'ਚ ਲਿਆ ਕੇ ਜਿਹੜੀ ਮੌਤ ਜੀਵ ਨੂੰ ਜਨਮ ਮਰਨ ਦਾ ਇਹ ਵਰਦਾਨ ਦਿੰਦੀ ਹੈ, ਪਾਤਸ਼ਾਹ ਕਹਿੰਦੇ ਉਹ ਮਿਟ ਜਾਵੇਗੀ। ਸਦਾ ਚਿਰ ਜੀਵੋ, ਸਦਾ ਰਹਿਣ ਵਾਲੇ ਅਕਾਲ ਵਾਹਿਗੁਰੂ ਪਰਮੇਸ਼ਰ ਵਿੱਚ ਆਤਮਾ ਬੂੰਦ ਤੇ ਸਾਗਰ ਵਾਂਗ ਮਿਲ ਜਾਵੇਗੀ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਗੁਰਸਿੱਖਾਂ ਨੇ ਅਟਲ ਦਾਤਾਂ ਪ੍ਰਾਪਤ ਕਰਕੇ ਫਿਰ ਇਹ ਅਨੁਭਵ ਕੀਤਾ, ਕਹਿੰਦੇ ਅੰਮ੍ਰਿਤ ਪੀਤਾ ਹੈ, ਸਿਰ ਵੱਟੇ ਸਤਿਗੁਰਾਂ ਤੋਂ ਲੈ ਕੇ ਛਕਿਆ। ਤੇ ਸਾਹਿਬ ਜੀ ਨੇ ਸਾਡੇ ਕੋਟ ਜਨਮਾਂ ਦੇ ਜਿਹੜੇ ਪਿਛਲੇ ਜਨਮਾਂ ਜਨਮਾਂਤਰਾਂ ਦੇ ਆਦ ਵਿਆਦ ਤਾਪ ਰੋਗ ਸੰਤਾਪ ਉਤਾਰ ਦਿੱਤੇ ਤੇ ਗੁਰਮਤਿ ਗੁਰਸਿੱਖੀ ਨਾਮ ਚੜ੍ਹਦੀ ਕਲਾ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਤੇ ਭਾਣਾ ਬਖਸ਼ਿਸ਼ ਕਰ ਦਿੱਤਾ। ਤਾਂ ਕਰਕੇ ਕਹਿੰਦੇ ਅਵਰ ਨਾ ਜਾਣਾ ਦੂਆ ਤੀਆ। ਦੂਜਾ ਕੌਣ ਹੈ? ਧਰਮਰਾਜ, ਜਿਹੜਾ ਜਾਂਦਿਆਂ ਨੂੰ ਟੱਕਰੇਗਾ। ਅੱਜ ਜਿਵੇਂ ਟੋਲ ਟੈਕਸ ਵਾਲੇ ਫਾਟਕ ਲਾ ਲੈਂਦੇ ਆ, ਉਹ ਵੀ ਕਹਿੰਦੇ ਆ ਜਾ ਭਾਈ, ਦੁਨੀਆ 'ਚ ਜਿਹੜਾ ਕੁਝ ਕਰਕੇ ਆਇਆ ਹੁਣ ਉਹਦਾ ਵੀ ਲੇਖਾ ਜੋਖਾ ਨਿਬੇੜ ਲਈਏ। ਲੇਖਾ ਰੱਬ ਮੰਗੇ ਸੀਆ, ਬੈਠਾ ਕੱਢ ਵਹੀ। ਤਲਬਾਂ ਪੌਸਨ ਆਖੀਆਂ, ਬਾਕੀ ਜਿੰਨਾ ਰਹੀ। ਤੇ ਜਿਨ੍ਹਾਂ ਦੇ ਸਿਰ ਬੁਰੇ ਕਰਮਾਂ ਦੀ ਬਾਕੀ ਟੁੱਟੇਗੀ ਤੇ ਉਹ ਭਾਈ ਫਿਰ ਵਾਹਿਗੁਰੂ ਪਰਮੇਸ਼ਰ ਹੀ ਜਾਣੇ, ਕਿਉਂਕਿ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਫਲ ਸਰੂਪ ਇਹੋ ਹੀ ਹੈ, ਜਿਹੜੇ ਚੰਗਾ ਕਰਮ ਕਰਕੇ ਪਰਮੇਸ਼ਰ ਦੀ ਭਾਵ ਭਗਤੀ ਕਿਰਤ ਵਿਰਤ ਕਰਦਿਆਂ ਆਪਣਾ ਜੀਵਨ ਬਤੀਤ ਕਰ ਲੈਂਦੇ ਆ, ਉਹ ਭਾਈ ਨੇੜੇ ਹੋ ਜਾਂਦੇ ਨੇ। ਜੇ ਨਹੀਂ ਵੀ ਮੁਕਤ ਹੋਏ ਨਾ, ਸਾਹਿਬ ਦੁਬਾਰੇ ਮਨੁੱਖਾ ਜਨਮ 'ਚ ਭੇਜ ਦਿੰਦੇ। ਕਲਗੀਧਰ ਸਿੰਘ ਸਾਹਿਬ ਦਾ ਅਹਿਦ ਹੈ, ਕਹਿੰਦੇ ਜੇ ਕੋਈ ਮੇਰਾ ਗੁਰਸਿੱਖ ਕੋਈ ਵਜਰ ਕਰੈਤ ਕਰਕੇ ਨਰਕਾਂ ਦਾ ਭਾਗੀ ਵੀ ਬਣ ਗਿਆ, ਕਹਿੰਦੇ ਮੈਂ ਉੱਥੋਂ ਵੀ ਕੱਢ ਲਵਾਂਗਾ। 10,000 ਵਰਾ ਕਿਸੇ ਜੂਨੀ 'ਚ ਨਹੀਂ ਜਾਣ ਦਿੰਦਾ। ਬਾਰ-ਬਾਰ ਮਨੁੱਖ ਦੇ ਸਰੀਰ 'ਚ ਹੋਰ ਸੇਵਾ ਸਿਮਰਨ ਕਰ ਤੇ ਆਪਣੇ ਮੂਲ ਪਰਮਾਤਮਾ ਨਾਲ ਜੁੜ ਜਾ। ਜਿਵੇਂ ਮਾਂ-ਬਾਪ ਆਪਣੀ ਸੰਤਾਨ ਨੂੰ ਕਿਤੇ ਤਿਆਗਦੇ ਨਹੀਂ ਜਾਂ ਭੁੱਲਦੇ ਨਹੀਂ, ਇਉਂ ਕਲਗੀਧਰ ਸਿੰਘ ਸਾਹਿਬ ਵੀ ਆਪਣੇ ਗੁਰਸਿੱਖਾਂ ਤੋਂ ਕਦੇ ਵਿਛੋੜਾ ਨਹੀਂ ਪਾਉਂਦੇ। ਕਹਿੰਦੇ ਆਪਣੇ ਘਰ ਵਿੱਚ ਹੀ ਰੱਖਦਾ ਹਾਂ। ਇਹ ਭਾਈ ਗੁਰਮਤਿ ਗੁਰਸਿੱਖੀ ਦੀਆਂ ਦਾਤਾਂ ਨੇ। ਅਵਰ ਨਾ ਜਾਣਾ ਦੂਆ ਤੀਆ,
ਦੂਜਾ ਧਰਮ ਰਾਜਾ, ਤੇ ਉਹ ਤੋਂ ਬਾਅਦ ਤੀਜਾ ਜਿਹੜੇ ਉਹਦੇ ਦੂਤ ਨੇ। ਜਮ ਡੰਡਾ ਗਲ ਸੰਗਲ ਪੜਿਆ, ਜਿਹੜੇ ਗਲ 'ਚ ਸੰਗਲ ਪਾ ਕੇ ਸਿਰ 'ਚ ਡੰਡੇ ਮਾਰਦੇ ਆ। ਜਮਕਾਲ ਸਹਿ ਸਿਰ ਡੰਡਾ ਹੈ ਕੀਰਤਨ ਸੋਹਿਲਾ। ਪਾਤਸ਼ਾਹ ਕਹਿੰਦੇ ਫਿਰ ਇਹਨਾਂ ਦੂਜਿਆਂ ਤੀਜਿਆਂ ਤੋਂ ਬਚ ਰਵਾਂਗੇ। ਇਸ ਕਰਕੇ ਭਾਈ ਜੋ ਕਿਸੇ ਦਾ ਧਰਮ ਹੈ ਨਾ, ਉਹਨੂੰ ਮੌਤ ਤੋਂ ਪਹਿਲਾਂ ਸਾਂਭ ਲਓ। ਕੋਈ ਹਿੰਦੂ ਹੈ ਆਪਣੇ ਧਰਮ 'ਚ ਪ੍ਰਵਿਰਤ ਹੋਵੋ, ਮੁਸਲਮਾਨ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ 5 ਨਮਾਜ਼ਾਂ ਪੜ੍ਹੋ, ਤੇ ਜੇ ਕੋਈ ਸਿੱਖ ਹੈ ਤੇ ਉਹ ਭਾਈ ਗੁਰਮਤਿ ਗੁਰਸਿੱਖੀ ਨੂੰ ਪ੍ਰਾਪਤ ਕਰੇ। ਤਾਂ ਆਓ ਸਾਰਿਆਂ ਨੂੰ ਇਸ ਸ਼ਸਤਰ ਪੂਜਾ ਦੁਸ਼ਹਿਰਾ ਮਹਾਤਮ ਦੀਆਂ ਕੋਟ-ਕੋਟ ਮੁਬਾਰਕਾਂ, ਵਧਾਈਆਂ। ਸੱਚੇ ਸਾਹਿਬ ਜੀਓ ਸਾਰਿਆਂ ਦੀਆਂ ਸੇਵਾਵਾਂ ਘਾਲਣਾ, ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਤੇ ਸਰਬੱਤ ਦੀ ਸੇਵਾ ਯਾਤਰਾ ਆਪ ਜੀ ਨੇ ਸਫਲ ਕਰਨੀ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਦਾ। ਜਿਹੜੇ ਆ ਗੁਰੂ ਕੇ ਦਰਬਾਰ ਸਾਧ ਸੰਗਤ ਵਿੱਚ ਮਿਲ ਜਾਂਦੇ ਨੇ, ਉਹ ਭਾਈ ਆਵਣ ਜਾਣ ਰਹੇ। ਜਨਮ ਲੈ ਕੇ ਵਾਰ-ਵਾਰ ਦੁਨੀਆ 'ਚ ਆਉਣਾ ਤੇ ਮਰ ਕੇ ਚਲੇ ਜਾਣਾ, ਉਹ ਇਸ ਗੇੜ ਤੋਂ ਰਹਿ ਜਾਣਗੇ। ਅਰਦਾਸ ਕਰੀਏ ਸੱਚੇ ਪਾਤਸ਼ਾਹ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦਾ ਲਿਹੋ ਉਬਾਰੀ। ਸਰਬ ਠੌਰ ਮੋਹ ਸਹਾਈ, ਤੁਸ਼ਟ ਦੋਖ ਤੇ ਲਿਹੋ ਬਚਾਈ। ਤੇ ਆਪਣੇ ਖਾਲਸੇ ਅੰਦਰ ਸਦਾ ਏਕਤਾ ਤਫਾਕ, ਚੜ੍ਹਦੀ ਕਲਾ ਵਰਤਾਓ। ਰਿੱਧ ਸਿੱਧ ਘਰਮੋਂ ਸਭ ਹੋਈ, ਦੁਸ਼ਟ ਸ਼ਾਸ ਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਐਸੀਆਂ ਚੜ੍ਹਦੀਆਂ ਕਲਾ ਜੈਕਾਰਾਂ ਸਤਿਗੁਰੂ ਜੀ ਸਾਰਿਆਂ ਨੂੰ ਬਖਸ਼ਿਸ਼ ਕਰਨੀਆਂ। ਮਨ ਚਿੰਦੀਆਂ ਦੌਲਤਾਂ ਬਰਕਤਾਂ ਉਹ ਸਾਰਿਆਂ ਦੀ ਝੋਲੀ 'ਚ ਪਾਉਣੀਆਂ। ਇੱਥੇ ਵਿਸ਼ਰਾਮ ਹੈ, ਭੁੱਲ ਚੁੱਕ ਦੀ ਖਿਮਾ ਕਰਨੀ। ਮਿਹਰ ਕਰਕੇ ਸਮਤ ਬਖਸ਼ੋ ਜੀ। ਹੇ ਅਚੁੱਤ ਹੈ ਪਾਰ ਬ੍ਰਹਮ, ਅਵਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਦਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹੋਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖੋਂ ਹੀ ਆ ਪਰੋਏ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨਹਾਰ। ਜੈ ਕਰ ਇੱਕ ਜਾਵੇ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਮਾਤਾ ਗੰਗਾ ਸਾਹਿਬ ਸ਼ਹੀਦਾਂ ਸਿੰਘਾਂ ਨੂੰ ਭਾਵੇ। ਸਤਿ ਸ੍ਰੀ ਅਕਾਲ। ਜੈ ਇੱਕ ਜਾਵੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਮਾਤਾ ਗੁਜਰੀ ਸਾਹਿਬ ਜੀ ਨੂੰ ਭਾਵੇ। ਸਤਿ ਸ੍ਰੀ ਅਕਾਲ। ਗੁਰਬਰ ਅਕਾਲ, ਦੇਵ ਦੇਵ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।